परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। एक राजा हरिचंद सी। उसदे घर जो राणी सी उसका नाम सी त्रिलोचन राणी। उसनूं बचपन विच कुछ नेक पुरुषां दे वचन सुनण दी लगन सी। छोटे ਜਿਹੇ राज वाली धरमन राणी ਵਿਆਹ ਦੇ ਪਿੱਛੋਂ भी पूजा पाठ ਵੱਲ ਲੱਗੀ ਰਿਹਾ ਕਰਦੀ ਸੀ। ਇਸੇ ਤਰ੍ਹਾਂ ਇੱਕ ਦਿਨ ਰਾਜ ਭਵਨ ਦੇ ਨੇੜੇ ਕੋਈ ਭਜਨ ਮੰਡਲੀ ਆ ਗਈ। ਉਹ ਹਰੀ ਕੀਰਤਨ ਕਰਨ ਲੱਗੀ। ਸਾਰੀ ਰਾਤ ਕੀਰਤਨ ਹੁੰਦਾ ਰਹਿਣ ਲੱਗਾ। ਜਦੋਂ ਰਾਣੀ ਨੂੰ ਪਤਾ ਲੱਗਾ ਤਾਂ ਉਹ ਵੀ ਸਤਸੰਗ ਕਰਨ ਲਈ ਜਾਣ ਲੱਗ ਪਈ। ਇਸ ਤਰ੍ਹਾਂ ਉਸਦਾ ਨੇਮ ਬਣ ਗਿਆ ਤੇ ਪਰਮਾਤਮਾ ਦਾ ਨਾਮ ਉਸਦਾ ਜੀਵਨ ਆਸਰਾ ਸੀ। ਉਹ ਨਿਰਭੈਤਾ ਨਾਲ ਨੇਕ ਰਾਹ ਜਾਇਆ ਕਰਦੀ ਸੀ। ਭਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਇੱਕ ਦਿਨ त्रिलोचन ਰਾਣੀ ਜਦੋਂ ਸਤਸੰਗ ਕਰਨ ਲਈ ਗਈ ਤਾਂ ਪਿੱਛੋਂ ਰਾਜੇ ਨੂੰ ਕਿਤੇ ਜਾਗ ਆ ਗਈ। ਰਾਜਾ ਸਤਸੰਗੀ ਨਹੀਂ ਸੀ। ਉਹ ਆਪਣੇ ਰਾਜ ਕਾਜ ਵਿੱਚ ਰਹਿੰਦਾ ਤੇ ਧਰਮ ਕਰਮ ਵੱਲ ਧਿਆਨ ਦੇਣ ਦੀ ਥਾਂ ਰੰਗ ਰਲੀਆਂ ਮਨਾਉਂਦਾ ਸੀ। ਐਸਾ ਪੁਰਸ਼ ਸਦਾ ਹੀ ਸ਼ੱਕੀ ਸੁਭਾਅ ਦਾ ਹੁੰਦਾ ਹੈ, ਕਿਉਂਕਿ ਆਪ ਨੇਕ ਨਹੀਂ ਹੁੰਦਾ। त्रिलोचन ਰਾਣੀ ਜਿੰਨੀ ਨੇਕ ਸੀ, ਧਰਮਨ ਸੀ, ਓਨੀ ਹੀ ਰੂਪਵਤੀ ਸੀ। ਭਗਵਾਨ ਨੇ ਉਸ ਨੂੰ ਸਾਰੇ ਸੁੱਖ ਦਿੱਤੇ ਸਨ ਤੇ ਉਹ ਸ਼ਾਂਤੀ ਨਾਲ ਦਿਨ ਕੱਟ ਰਹੀ ਸੀ। ਜਦੋਂ ਰਾਜਾ ਜਾਗਿਆ ਤਾਂ ਕੀ ਦੇਖਦਾ ਹੈ ਕਿ ਰਾਣੀ ਦੀ ਸੇਜ ਖਾਲੀ ਹੈ ਤੇ ਉਹ ਕਿਧਰੇ ਚਲੀ ਗਈ। ਰਾਜੇ ਦੇ ਮਨ ਵਿੱਚ ਹੈਰਾਨੀ ਹੋਈ। ਉਸਨੇ ਉੱਠ ਕੇ ਦੇਖਿਆ ਪਰ ਰਾਣੀ ਕਿਤੇ ਨਾ ਲੱਭੀ। ਰਾਜ ਭਵਨ ਦੇ ਪਹਿਰੇਦਾਰਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕੁਝ ਵੀ ਨਾ ਦੱਸਿਆ, ਕਿਉਂਕਿ ਜਦੋਂ ਰਾਣੀ ਜਾਂਦੀ ਸੀ ਤਦੋਂ ਉਹਨਾਂ ਨੂੰ ਨੀਂਦ ਆ ਜਾਇਆ ਕਰਦੀ ਸੀ। ਉਹ ਰਾਣੀ ਨੂੰ ਨਹੀਂ ਦੇਖਦੇ ਸਨ। ਐਸੀ ਹੀ ਭਗਵਾਨ ਦੀ ਲੀਲਾ ਸੀ। ਰਾਜਾ ਚੁੱਪ ਰਿਹਾ, ਪਰ ਜਦੋਂ ਰਾਣੀ ਵਾਪਸ ਆਈ ਉਸਨੇ ਉਸ ਨੂੰ ਨਾ ਪੁੱਛਿਆ। ਪਰ ਅਗਲੀ ਰਾਤ ਉਸ ਨੂੰ ਨੀਂਦ ਨਾ ਆਈ। ਉਹ ਜਾਗਦਾ ਰਿਹਾ ਤੇ ਉਸਨੇ ਤਾੜ ਰੱਖੀ ਕਿ ਕਦੋਂ ਰਾਣੀ ਉੱਠ ਕੇ ਜਾਂਦੀ ਹੈ। ਪਰ ਰਾਣੀ ਆਪਣੇ ਨੇਮ ਅਨੁਸਾਰ ਸੌਂ ਗਈ। ਜਦੋਂ ਅੰਮ੍ਰਿਤ ਵੇਲੇ ਸਤਸੰਗ ਦਾ ਵੇਲਾ ਆਇਆ, ਭਾਵ ਅੱਧੀ ਰਾਤ ਬੀਤੀ, ਤਾਂ ਰਾਣੀ ਉੱਠੀ, ਇਸ਼ਨਾਨ ਕੀਤਾ, ਸਧਾਰਨ ਭਗਤੀ ਭਾਵ ਵਾਲੇ ਵਸਤਰ ਪਾਏ ਤੇ ਆਪਣੇ ਸਤਸੰਗ ਵੱਲ ਚੱਲ ਪਈ। ਰਾਜਾ ਅਸਲ ਵਿੱਚ ਸੁੱਤਾ ਨਹੀਂ ਸੀ। ਉਹ ਤਾਂ ਘੇਸ ਮਾਰ ਕੇ ਪਿਆ ਸੀ। ਜਦੋਂ ਤਾਰਾ ਰਾਣੀ ਤੁਰੀ ਤਾਂ ਉਹ ਪਿੱਛੇ ਤੁਰਿਆ ਗਿਆ। ਰਾਣੀ ਸਤਸੰਗ ਵਿੱਚ ਜਾ ਬੈਠੀ। ਅੱਗੇ ਹਰੀ ਕੀਰਤਨ ਹੋ ਰਿਹਾ ਸੀ। ਸਵਰਗੀ ਜੋੜਿਆਂ ਵਾਂਗ ਸਭ ਅੰਤਰ ਧਿਆਨ ਹੋਏ ਹੋਏ ਵਿਰਾਜਮਾਨ ਸਨ। ਪਰਮ ਸ਼ਾਂਤੀ ਤੇ ਪਿਆਰ ਵਾਲਾ ਵਾਤਾਵਰਨ ਸੀ। ਰਾਜਾ ਹਰੀ ਚੰਦ ਪਹਿਲਾਂ ਤਾਂ ਕੁਝ ਚਿਰ ਖਲੋਤਾ ਸੋਚਦਾ ਰਿਹਾ। ਫਿਰ ਰਾਣੀ ਦੀ ਇੱਕ ਖੜਾਂ ਚੁੱਕ ਕੇ ਆਪਣੇ ਰਾਜ ਭਵਨ ਨੂੰ ਆ ਗਿਆ। ਆ ਕੇ ਆਰਾਮ ਨਾਲ ਆਪਣੀ ਸੇਜ ਉੱਤੇ ਸੌਂ ਗਿਆ। ਉਸ ਨੂੰ ਦੀਨ ਦੁਨੀ ਦਾ ਕੋਈ ਖਿਆਲ ਨਹੀਂ ਸੀ। ਉਹਦਾ ਰਾਜ ਕਾਜ, ਰੰਗ ਰਾਗ ਤੇ ਮਾਇਆ ਦਾ ਪੁਤਲਾ ਸੀ। ਸੁੱਤਾ ਹੋਇਆ ਉਸ ਦਿਨ ਕਈ ਸੁਪਨੇ ਦੇਖਦਾ ਰਿਹਾ। ਸਤਸੰਗ ਸਮਾਪਤ ਹੋਇਆ, ਭੋਗ ਪੈ ਗਿਆ। ਜਦੋਂ ਰਾਣੀ ਬਾਹਰ ਹੋ ਕੇ ਆਪਣੀਆਂ ਖੜਾਵਾਂ ਪਾਉਣ ਲੱਗੀ ਤਾਂ ਖੜਾਂ ਇੱਕੋ ਸੀ। ਇੱਕ ਖੜਾਂ ਨੂੰ ਦੇਖ ਕੇ ਰਾਣੀ ਕੁਝ ਹੈਰਾਨ ਹੋਈ ਕਿ ਖੇਡ ਕੀ ਵਰਤੀ ਹੈ। ਇੱਕ ਖੜਾਂ ਕਿਸ ਨੇ ਚੋਰੀ ਕੀਤੀ ਹੈ। ਉਸ ਵੇਲੇ ਸਤਸੰਗੀਆਂ ਨੂੰ ਵੀ ਪਤਾ ਲੱਗ ਗਿਆ। ਸੰਗਤ ਨੇ ਅਰਦਾਸ ਕੀਤੀ ਕਿ ਹੇ ਪਾਰ ਬ੍ਰਹਮ, ਤੇਰਾ ਜਸ ਕਰਦਿਆਂ ਰਾਣੀ ਦੀ ਖੜਾਂ ਦਾ ਚਲੇ ਜਾਣਾ ਭੈ ਦਾ ਕਾਰਨ ਹੈ। ਤੇਰਾ ਜਸ ਕਿਵੇਂ ਪ੍ਰਗਟ ਹੋਏਗਾ? ਆਪਣਾ ਕੋਈ ਕੌਤਕ ਦਿਖਾਓ। ਰਾਣੀ ਨੇ ਰਾਜ ਭਵਨ ਨੂੰ ਜਾਣਾ ਹੈ। ਸੰਗਤ ਨੇ ਐਸੀ ਸ਼ਰਧਾ ਨਾਲ ਅਰਦਾਸ ਕੀਤੀ ਕਿ ਉਸ ਵੇਲੇ ਖੜਾਂ ਦੇ ਨਾਲ ਉਹੀਓ ਪੁਰਾਣੀ ਖੜਾਂ ਜੁੜ ਗਈ। ਰਾਣੀ ਤਾਰਾ ਨੇ ਖੜਾਵਾਂ ਦੀ ਜੋੜੀ ਪੈਰੀ ਪਾਈ ਤੇ ਆਪਣੇ ਰਾਜ ਭਵਨ ਵਿੱਚ ਆ ਗਈ। ਜਦੋਂ ਆਪਣੇ ਕਮਰੇ ਵਿੱਚ ਗਈ ਤਾਂ ਰਾਜੇ ਨੇ ਪੁੱਛਿਆ, ਰਾਣੀ, ਤੁਸਾਂ ਦੀਆਂ ਖੜਾਵਾਂ ਕਿੱਥੇ ਹਨ? ਰਾਣੀ ਨੇ ਕਿਹਾ, ਹੇ ਨਾਥ ਜੀ,
ਮੇਰੀਆਂ ਖੜਾਵਾਂ ਮੇਰੀ ਪੈਰੀ ਹਨ। ਕੀ ਗੱਲ ਅੱਜ ਤੁਸਾਂ ਇਹ ਪੁੱਛਣ ਦੀ ਖੇਚਲ ਕੀਤੀ ਹੈ? ਰਾਜੇ ਨੇ ਪੁੱਛਿਆ, ਕਿੱਥੇ ਹਨ? ਰਾਣੀ ਨੇ ਕਿਹਾ, ਦਾਸੀ ਦੇ ਪੈਰੀ। ਜਦ ਰਾਜੇ ਹਰੀ ਚੰਦ ਨੇ ਦੇਖਿਆ ਕਿ ਦੋਵੇਂ ਖੜਾਵਾਂ ਇੱਕੋ ਜਿਹੀਆਂ ਸਨ, ਇੱਕੋ ਜਿਹੀਆਂ ਘਸੀਆਂ ਹੋਈਆਂ ਸਨ, ਉਸ ਨੂੰ ਬੜੀ ਹੈਰਾਨੀ ਹੋਈ ਤੇ ਉਸਨੇ ਕਾਹਲੀ ਨਾਲ ਚੁੱਕ ਕੇ ਲਿਆਂਦੀ ਖੜਾਮ ਦੇਖਣੀ ਚਾਹੀ, ਪਰ ਉਹ ਖੜਾਮ ਉੱਥੇ ਹੈ ਹੀ ਨਹੀਂ ਸੀ। ਇਸ ਤਰ੍ਹਾਂ ਦੇ ਕੌਤਕ ਨਾਲ ਰਾਜੇ ਨੂੰ ਬੜੀ ਹੈਰਾਨੀ ਹੋਈ। ਰਾਣੀ ਸਾਰੀ ਗੱਲ ਨੂੰ ਸਮਝ ਗਈ ਕਿ ਰਾਜਾ ਪਿੱਛੋਂ ਜਾਗਿਆ ਹੋਏਗਾ ਤੇ ਸ਼ੱਕ ਪੈਣ ਤੇ ਮੇਰੇ ਪਿੱਛੇ ਲੱਗ ਤੁਰਿਆ, ਪਰ ਸਤ ਸੰਗਤ ਦੇ ਕਾਰਨ ਦਾਸੀ ਦੀ ਇੱਜ਼ਤ ਰਹਿ ਗਈ। ਪਾਰ ਬ੍ਰਹਮ ਪਰਮੇਸ਼ਰ ਬੜਾ ਦਿਆਲੂ ਤੇ ਲੀਲਾ ਕਰਨ ਵਾਲਾ ਹੈ, ਕੋਈ ਉਸ ਦਾ ਪਾਰਾਵਾਰ ਨਹੀਂ ਲੈ ਸਕਦਾ। ਰਾਣੀ ਨੇ ਪ੍ਰਗਟ ਤੌਰ ਤੇ ਪੁੱਛਿਆ, ਹੇ ਨਾਥ ਜੀ, ਹੁਣ ਤਾਂ ਆਪ ਦੇ ਮਨ ਨੂੰ ਭਰੋਸਾ ਹੋ ਗਿਆ ਹੈ ਕਿ ਅੱਧੀ ਰਾਤ ਉੱਠ ਕੇ ਕਿੱਥੇ ਜਾਂਦੀ ਹੈ। ਮੈਂ ਪ੍ਰਭੂ ਦੀ ਭਗਤੀ ਕਰਦੀ ਹਾਂ, ਭਗਤੀ ਹੀ ਜੀਵਨ ਦਾ ਨਿਸ਼ਾਨਾ ਹੈ। ਇਸ ਮਾਇਆਵਾਦੀ ਜਗਤ ਵਿੱਚ ਹੋਰ ਹੈ ਵੀ ਕੀ। ਇਹ ਬੜਾ ਚੰਗਾ ਹੋਏਗਾ ਕਿ ਆਪ ਵੀ ਚੱਲਿਆ ਕਰੋ। ਸਤ ਸੰਗਤ ਵਿੱਚ ਬੈਠ ਕੇ ਘੜੀ ਭਰ ਮਨ ਨੂੰ ਸ਼ਾਂਤ ਕਰ ਲਿਆ ਕਰੋ। ਰਾਜ ਕਾਜ ਤਾਂ ਹੁੰਦੇ ਹੀ ਰਹਿੰਦੇ ਹਨ। ਰਾਜੇ ਹਰੀ ਚੰਦ ਨੇ ਤਾਰਾ ਰਾਣੀ ਕੋਲੋਂ ਖੇਮਾ ਮੰਗੀ ਤੇ ਸਤ ਸੰਗਤ ਵਿੱਚ ਜਾਣ ਦੀ ਖੁੱਲ੍ਹ ਦੇ ਦਿੱਤੀ। ਇਸ ਤਰ੍ਹਾਂ ਉਹ ਆਪ ਵੀ ਭਗਤੀ ਮਾਰਗ ਤੇ ਚੱਲ ਪਿਆ। ਸੁਖ ਰਾਜੇ ਹਰੀ ਚੰਦ ਘਰ ਨਾਰ, ਸੋ ਤਾਰਾ ਲੋਚਣ ਰਾਣੀ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੈ ਗੁਰਬਾਣੀ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ। ਰਾਣੀ ਦਿਸ ਨਾ ਆਵਈ, ਮਨ ਵਿੱਚ ਵਰਤ ਗਈ ਹੈ ਰਾਣੀ। ਹੋਰਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਣੀ। ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ। ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਓ ਪੁਰਾਣੀ। ਰਾਜੇ ਡਿਠਾ ਚਲਤੇ ਹੋ, ਇਹ ਖੜਾਵ ਹੈ ਚੋਜ ਵਿਡਾਣੀ। ਸਾਧ ਸੰਗਤ ਵਿਟੋਂ ਕੁਰਬਾਨੀ। ਪਿਆਰੀ ਸਾਧ ਸੰਗਤ ਜੀ, ਸਾਧ ਸੰਗਤ ਦਾ ਬਹੁਤ ਮਹੱਤਵ ਹੈ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਥਾਵਾਂ ਤੇ ਸਾਧ ਸੰਗਤ ਦੀ ਉਪਮਾ ਬਾਰੇ ਬਿਆਨ ਕੀਤਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ, ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉਦਮ ਨਾ ਕੀਤਾ ਤਾਂ ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਵੀ ਅਰਥ ਨਹੀਂ ਆਉਣੇ, ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪਣਾਉਣਗੇ। ਇਸ ਵਾਸਤੇ ਸਾਧ ਸੰਗਤ ਵਿੱਚ ਵੀ ਮਿਲ ਕੇ ਬੈਠਿਆ ਕਰ। ਸਾਧ ਸੰਗਤ ਵਿੱਚ ਬੈਠ ਕੇ ਵੀ ਸਿਰਫ ਪਰਮਾਤਮਾ ਦਾ ਨਾਮ ਸਿਮਰਿਆ ਕਰ। ਸਾਧ ਸੰਗਤ ਵਿੱਚ ਬੈਠਣ ਦਾ ਵੀ ਤਦੋਂ ਹੀ ਲਾਭ ਹੈ ਜੇ ਉੱਥੇ ਜਾ ਕੇ ਤੂੰ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜੇ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ। ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਹੇ ਮੇਰੇ ਪਿਆਰੇ ਮਿੱਤਰ ਪ੍ਰਭੂ, ਮੇਰੀ ਬੇਨਤੀ ਸੁਣ, ਮੈਨੂੰ ਸਾਧ ਸੰਗਤ ਦੇ। ਸਾਧ ਸੰਗਤ ਵਿੱਚ ਰਿਹਾ ਇੱਕ ਖਿੰਨ ਵਿੱਚ ਹੀ ਪਾਪਾਂ ਵਿਕਾਰਾਂ ਤੋਂ ਬਚ ਜਾਈਦਾ ਹੈ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਰਹਿੰਦਾ ਹੈ, ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਹੇ ਭਾਈ, ਸਾਧ ਸੰਗਤ ਵਿੱਚ ਟਿਕਿਆਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਸਾਧ ਸੰਗਤ ਦੀ ਬਰਕਤ ਨਾਲ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ, ਜਿਸ ਮਨੁੱਖ ਨੇ ਰਾਮ ਦਾ ਸਰੋਵਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਹੈ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਵ ਵਿਆਪਕ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।